ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਹੱਥ ਦਾ ਕਮਾਲ। ਸਫਲ ਵਿਅਕਤੀਆਂ ਨੂੰ ਹੱਥ ਆਰਾਮ ਨਾਲ ਬਹਿਣ ਨਹੀਂ ਦਿੰਦੇ। ਸਮਾਜਿਕ ਮਨੁੱਖ ਜੰਗਲ ਨੂੰ ਬਾਗ ਬਣਾਉਣ ਵਿੱਚ ਰੁੱਝਿਆ ਰਹਿੰਦਾ ਹੈ। ਸੰਸਾਰ ਚਿੰਤਨ ਕਰਨ ਵਾਲਿਆਂ ਦਾ ਧੰਨਵਾਦੀ ਹੈ ਅਤੇ ਕਾਰਜ ਕਰਨ ਵਾਲਿਆਂ ਦਾ ਸ਼ੁਕਰਗੁਜ਼ਾਰ ਹੈ। ਚਿੰਤਨ ਨੂੰ ਅਮਲ ਵਿੱਚ ਲਿਆਉਣ ਦਾ ਕਾਰਜ ਹੱਥ ਕਰਦੇ ਹਨ। ਮਨੁੱਖੀ ਹੱਥ ਉਸਾਰੇ ਗਏ ਸਮੁੱਚੇ ਸੰਸਾਰ ਦੇ ਨਿਰਮਾਤਾ ਹਨ। ਹੱਥ ਕਾਰਜਸ਼ੀਲ ਅਤੇ ਵੰਨ-ਸੁਵੰਨੀ ਵਰਤੋਂ ਵਾਲਾ ਹੰਢਣਸਾਰ ਸੰਦ ਹੈ। ਸਾਰੇ ਸੰਦ ਹੱਥ ਦੀਆਂ ਵੱਖ-ਵੱਖ ਹਰਕਤਾਂ ਦੇ ਪ੍ਰਤੀਕ ਹਨ। ਜੋ ਆਲੇ ਦੁਆਲੇ ਵਿੱਚ ਉਸਰਿਆ ਦਿਸਦਾ ਹੈ ਉਹ ਹੱਥਾਂ ਦੀ ਕਰਾਮਾਤ ਹੈ। ਗੁੱਟ ਤੋਂ ਅਗਲੇ ਹਿੱਸੇ ਨੂੰ ਨਹੀਂ, ਮੋਢੇ ਤੋਂ ਅਗਲੇ ਹਿੱਸੇ ਨੂੰ ਹੱਥ ਕਹਿੰਦੇ ਹਨ। ਹੱਥ ਸਰੀਰ ਦਾ ਲੀਵਰ ਹੈ। ਕੂਹਣੀ, ਬਾਂਹ, ਗੁੱਟ, ਤਲੀ, ਅੰਗੂਠਾ, ਉਂਗਲਾਂ ਆਦਿ ਹੱਥ ਦੇ ਵੱਖ-ਵੱਖ ਭਾਗ ਅਤੇ ਅੰਗ ਹਨ। ਖੁੱਲ੍ਹੇ ਹੱਥ ਨੂੰ ਪੰਜਾ, ਬੰਦ ਹੱਥ ਨੂੰ ਮੁੱਠੀ, ਸਖਤ ਮੁੱਠੀ ਨੂੰ ਮੁੱਕਾ, ਤਣੇ ਹੋਏ ਮੁੱਕੇ ਨੂੰ ਕੁਸੁੰਨ ਅਤੇ ਉੱਠੇ ਹੋਏ ਮੁੱਕੇ ਨੂੰ ਬਗਾਵਤ ਕਹਿੰਦੇ ਹਨ। ਹੱਥ ਦਾ ਪਿਛਲਾ ਗੁੱਟ ਹੱਥ ਨੂੰ ਸਥਿਰ ਕਰਦਾ ਹੈ। ਬਾਂਹ ਚੀਜ਼ਾਂ ਨੂੰ ਨੇੜੇ ਪਰੇ ਕਰਦੀ ਹੈ। ਕੂਹਣੀ ਚੀਜ਼ਾਂ ਨੂੰ ਅੱਗੇ ਪਿੱਛੇ ਕਰਨ ਲਈ ਅਤੇ ਮੋਢਾ ਹੱਥ ਨੂੰ ਉੱਚਾ ਨੀਵਾਂ ਕਰਨ ਵਿੱਚ ਸਹਾਈ ਹੁੰਦਾ ਹੈ। ਸਮੁੱਚੇ ਹੱਥ ਦਾ ਭਾਂਤ-ਭਾਂਤ ਦਾ ਕਾਰਜ ਸਧਾਰਨ ਰੂਪ ਵਿੱਚ ਭਾਰ ਢੋਣ, ਅੱਗ ਬੁਝਾਉਣ ਅਤੇ ਕਿਸੇ ਇਮਾਰਤ ਦੇ ਨਿਰਮਾਣ ਕਾਰਜ ਵਿੱਚ ਵੇਖਿਆ ਜਾ ਸਕਦਾ ਹੈ। ਹੱਥ ਦੀਆਂ ਉਂਗਲਾਂ ਵਾਸਤਵ ਵਿੱਚ ਵੱਖ-ਵੱਖ ਨੰਬਰਾਂ ਵਾਲੀਆਂ ਚਾਬੀਆਂ ਹਨ ਜਿਨ੍ਹਾਂ ਨਾਲ ਕੋਈ ਚੀਜ਼ ਰੱਖੀ, ਚੁੱਕੀ, ਕਸੀ ਜਾਂ ਖੋਲ੍ਹੀ ਜਾਂਦੀ ਹੈ। ਹੱਥ ਸਰੀਰ ਦੀ ਵਰਕਸ਼ਾਪ ਹੈ ਜਿਸ ਨਾਲ ਸਾਰੇ ਪ੍ਰਯੋਗ ਕੀਤੇ ਜਾਂਦੇ ਹਨ। ਹੱਥ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰ ਦੇ ਹਰ ਅੰਗ ਦੀਆਂ ਵੱਖਰੀਆਂ ਅਤੇ ਸਾਂਝੀਆਂ ਜ਼ਿੰਮੇਵਾਰੀਆਂ ਹਨ। ਅੰਗੂਠਾ ਹੱਥ ਦਾ ਰਾਜਾ ਹੈ। ਤਲੀ ਸਾਂਝਾ ਵਿਹੜਾ ਹੈ। ਉਂਗਲਾਂ ਰਾਣੀਆਂ ਹਨ। ਕੰਮ ਕਰਨ ਨਿਪਟਾਉਣ ਦੀ ਜ਼ਿੰਮੇਵਾਰੀ ਅੰਗੂਠਾ ਨਿਭਾਉਂਦਾ ਹੈ ਪਰ ਵੇਰਵਿਆਂ ਦਾ ਧਿਆਨ ਉਂਗਲਾਂ ਰੱਖਦੀਆਂ ਹਨ। ਉਂਗਲਾਂ ਪਹਿਲ ਕਰਦੀਆਂ ਹਨ, ਅੰਗੂਠਾ ਨਿਗਰਾਨੀ ਕਰਦਾ ਹੈ। ਅੰਗੂਠੇ ਅਤੇ ਪਹਿਲੀ ਉਂਗਲ ਦਾ ਸਾਥ ਪਤੀ ਪਤਨੀ ਵਾਲਾ ਹੁੰਦਾ ਹੈ। ਹੱਥ ਦਾ ਮੋਹਰੀ ਅੰਗ ਅੰਗੂਠਾ ਜਿਤਨੇ ਕਾਰਜ ਕਰਦਾ ਹੈ ਉਹਨਾਂ ਦੀ ਗਿਣਤੀ ਕਰਨੀ ਸੰਭਵ ਨਹੀਂ। ਅੰਗੂਠੇ ਤੋਂ ਬਿਨਾਂ ਕੋਈ ਢੱਕਣ ਨਹੀਂ ਖੁੱਲ੍ਹਦਾ, ਕੋਈ ਡਿੱਗੀ ਚੀਜ਼ ਚੁੱਕੀ ਨਹੀਂ ਜਾ ਸਕਦੀ, ਤਸਮੇ ਬੰਨੇ ਨਹੀਂ ਜਾ ਸਕਦੇ, ਬਟਨ ਬੰਦ ਨਹੀਂ ਹੁੰਦੇ, ਕੋਈ ਗੰਢ ਖੁੱਲ੍ਹਦੀ ਨਹੀਂ, ਕੁਝ ਸੀਤਾ ਨਹੀਂ ਜਾ ਸਕਦਾ, ਕੁਝ ਲਿਖਣਾ ਸੰਭਵ ਨਹੀਂ ਹੁੰਦਾ। ਅੰਗੂਠੇ ਤੋਂ ਬਿਨਾਂ ਕੁਝ ਵੀ ਕਰਨਾ ਸੰਭਵ ਨਹੀਂ ਹੁੰਦਾ। ਅੰਗੂਠੇ ਦਾ ਵਿਕਾਸ ਮਨੁੱਖੀ ਦਿਮਾਗ ਦੇ ਵਿਕਾਸ ਵਾਂਗ ਅੱਜ ਵੀ ਜਾਰੀ ਹੈ। ਪਹਿਲਾਂ ਦੋਵੇਂ ਹੱਥ ਮਨੁੱਖ ਦੇ ਅਗਲੇ ਪੈਰ ਹੋਇਆ ਕਰਦੇ ਸਨ। ਦੋਵੇਂ ਬਾਹਾਂ ਮਨੁੱਖ ਦੀਆਂ ਅਗਲੀਆਂ ਲੱਤਾਂ ਸਨ। ਪਿਛਲੇ ਲਗਭਗ 10 ਲੱਖ ਸਾਲਾਂ ਦੌਰਾਨ ਹੱਥ ਦੀ ਪਹਿਲੀ ਉਂਗਲ ਵਧੇਰੇ ਵਰਤੋਂ ਨਾਲ ਸਖਤ, ਮੋਟੀ, ਭਾਰੀ ਹੁੰਦੀ ਅੰਗੂਠਾ ਬਣ ਗਈ ਹੈ। ਹੁਣ ਅੰਗੂਠਾ ਬਾਕੀ ਉਂਗਲਾਂ ਨਾਲੋਂ ਦੂਰ ਲੱਗਦਾ ਹੈ ਪਰ ਇਹ ਦੂਰ ਹੈ ਨਹੀਂ, ਸਗੋਂ ਹੁਣ ਇਹ ਅਜਿਹੀ ਥਾਂ 'ਤੇ ਸਥਿਰ ਹੈ ਕਿ ਹਰ ਉਂਗਲ ਲਈ ਸਾਥ ਨਿਭਾਉਣ ਵਾਲਾ ਇਹ ਸਾਰੀਆਂ ਉਂਗਲਾਂ ਦਾ ਸਾਂਝਾ ਪਤੀ ਹੈ। ਸਮੁੱਚਾ ਕਾਰਜ ਅੰਗੂਠੇ ਦੀ ਮੁੱਖ ਜ਼ਿੰਮੇਵਾਰੀ ਹੈ ਪਰ ਇਹ ਕਈ ਹੋਰ ਪੱਖਾਂ ਤੋਂ ਵੀ ਲਾਭਕਾਰੀ ਹੈ। ਜਿਵੇਂ ਜਿਨ੍ਹਾਂ ਨੂੰ ਦਸਤਖਤ ਕਰਨੇ ਨਹੀਂ ਆਉਂਦੇ ਉਹ ਅੰਗੂਠਾ ਲਾਉਂਦੇ ਹਨ, ਇਵੇਂ ਅੰਗੂਠਾ ਪਛਾਣ ਦਾ ਆਧਾਰ ਵੀ ਹੈ। ਉੱਚਾ ਅੰਗੂਠਾ ਹੌਸਲੇ, ਸਿਦਕ ਅਤੇ ਸਿਰੜ ਦਾ ਪ੍ਰਤੀਕ ਹੈ। ਪੁੱਠਾ ਅੰਗੂਠਾ ਹਾਰ ਦਰਸਾਉਂਦਾ ਹੈ। ਸਿੱਧਾ ਹਿੱਲਦਾ ਅੰਗੂਠਾ ਠੁੱਠ ਵਿਖਾਉਣ ਅਤੇ ਬੇਇੱਜ਼ਤੀ ਦਾ ਸੰਕੇਤ ਦਿੰਦਾ ਹੈ। ਅੰਗੂਠਾ ਕਾਰੀਗਰਾਂ, ਸੰਗੀਤਕਾਰਾਂ, ਫੋਟੋਗ੍ਰਾਫਰਾਂ ਆਦਿ ਦਾ ਰੁਜ਼ਗਾਰ ਹੈ। ਅੰਗੂਠੇ ਵੱਲੋਂ ਪਹਿਲੀ ਉਂਗਲ ਰਾਣੀ ਉਂਗਲ ਅਖਵਾਉਂਦੀ ਹੈ ਜਿਹੜੀ ਚੇਤਾਵਨੀ ਦੇਣ ਅਤੇ ਧਮਕਾਉਣ ਲਈ ਵਰਤੀ ਜਾਂਦੀ ਹੈ। ਇਸਤਰੀ ਅਕਸਰ ਇਸ ਉਂਗਲ ਨਾਲ ਪੁਰਸ਼ 'ਤੇ ਤੌਹਮਤ ਲਾਉਂਦੀ ਹੈ। ਅਧਿਆਪਕ ਇਸ ਉਂਗਲ ਨੂੰ ਅਕਸਰ ਵਿਦਿਆਰਥੀਆਂ ਨੂੰ ਸਾਵਧਾਨ ਅਤੇ ਸੁਚੇਤ ਕਰਨ ਲਈ ਵਰਤਦੇ ਹਨ। ਕਿਸੇ ਨਾਲ ਝਗੜੇ ਦੌਰਾਨ ਇਸ ਰਾਹੀਂ ਹੀ ਕਿਹਾ ਜਾਂਦਾ ਹੈ ਕਿ ਮੈਂ ਠੀਕ ਹਾਂ, ਤੂੰ ਗਲਤ ਹੈ। ਇਸ ਉਂਗਲ ਨੂੰ ਅੰਗੂਠੇ ਨਾਲ ਜੋੜ ਕੇ ਆਪਣੀ ਗੱਲ ਦਾ ਵਜ਼ਨ ਵਧਾਇਆ ਜਾਂਦਾ ਹੈ। ਅੰਗੂਠੇ ਨਾਲ ਪਹਿਲੀ ਉਂਗਲ ਦਾ ਗੋਲ ਚੱਕਰ ਬਣਾ ਕੇ ਕਿਸੇ ਨੂੰ ਉਸ ਦੀ ਚੰਗੀ ਕਾਰਗੁਜ਼ਾਰੀ ਦੀ ਦਾਦ ਦਿੱਤੀ ਜਾਂਦੀ ਹੈ। ਪਹਿਲੀ ਉਂਗਲ ਨਾਲ ਰਲ ਕੇ ਅੰਗੂਠਾ ਚੁੰਡੀ ਵੱਢਦਾ ਹੈ, ਕੰਨ ਫੜਦਾ ਹੈ, ਗਲਾ ਘੁੱਟਦਾ ਹੈ, ਨੱਕ ਫੜ ਕੇ ਸਾਹ ਰੋਕਦਾ ਅਤੇ ਆਪਣੀ ਗੱਲ ਮਨਵਾਉਂਦਾ ਹੈ। ਜੇ ਨਾਅਰਿਆਂ ਦੀ ਆਵਾਜ਼ ਰਾਹੀਂ ਦੱਸਣਾ ਸੰਭਵ ਨਾ ਹੋਵੇ ਤਾਂ ਦੋ ਉਂਗਲਾਂ ਖੋਲ੍ਹ ਕੇ ਵਿਕਟਰੀ ਜਾਂ ਜਿੱਤ ਦਰਸਾਈ ਜਾਂਦੀ ਹੈ। ਗਬਲੀ ਉਂਗਲ ਸਾਰੀਆਂ ਸ਼ਰਾਰਤਾਂ ਵਿੱਚ ਸ਼ਾਮਲ ਹੁੰਦੀ ਹੈ। ਵਿਚਕਾਰ ਹੋਣ ਕਰਕੇ ਇਹ ਸੁਰੱਖਿਅਤ ਹੁੰਦੀ ਹੈ। ਇਹ ਸੱਜੇ ਖੱਬੇ ਦੋਵੇਂ ਪਾਸੇ ਉਲਰਦੀ ਹੈ। ਵੱਖ-ਵੱਖ ਸੱਭਿਆਚਾਰਾਂ ਵਿੱਚ ਮੰਗਣੇ ਦੀ ਮੁੰਦਰੀ ਲਈ ਵਿਸ਼ੇਸ਼ ਉਂਗਲ ਨਿਰਧਾਰਤ ਹੈ ਪਰ ਮੰਗਣੇ ਦੀ ਮੁੰਦਰੀ ਵਾਲੀ ਅਕਸਰ
ਇਸ ਵਿਚਕਾਰਲੀ ਉਂਗਲ ਦੀ ਤਾਰ ਸਿੱਧੀ ਦਿਲ ਨਾਲ ਜੁੜੀ ਮੰਨੀ ਜਾਂਦੀ ਹੈ। ਸਭ ਤੋਂ ਛੋਟੀ ਉਂਗਲੀ ਪਿੰਕੀ ਕਹਾਉਂਦੀ ਹੈ, ਜਿਹੜੀ ਛੋਟੀ ਅਤੇ ਅਖੀਰਲੀ ਹੋਣ ਕਰਕੇ ਪਿਆਰੀ ਅਤੇ ਦੁਲਾਰੀ ਸਮਝੀ ਜਾਂਦੀ ਹੈ। ਹੱਥ ਦੀਆਂ ਉਂਗਲਾਂ ਨੇ ਹੀ ਗਿਣਤੀ ਦਾ ਨਿਰਮਾਣ ਕੀਤਾ ਹੈ। ਯੂਨਾਨੀਆਂ ਕੋਲ 5 ਤੱਕ ਦੀ ਗਿਣਤੀ ਸੀ, ਜਿਸ ਦਾ ਆਧਾਰ ਇੱਕ ਹੱਥ ਦੀਆਂ 5 ਉਂਗਲਾਂ ਸਨ। ਭਾਰਤ ਨੇ ਸਿਫਰ ਦੀ ਕਾਢ ਨਾਲ 10 ਤੱਕ ਗਿਣਤੀ ਦਾ ਰਿਵਾਜ ਪਾਇਆ, ਜਿਸ ਦਾ ਆਧਾਰ ਦੋਵੇਂ ਹੱਥਾਂ ਦੀਆਂ ਉਂਗਲਾਂ ਸਨ। 5 ਉਂਗਲਾਂ ਤੋਂ ਹੀ ਪੰਚਾਇਤ, 5 ਪਿਆਰੇ, 5 ਤਖਤ, 5 ਪਰਮੇਸ਼ਰ, 5 ਮਹਾਂਦੀਪ ਆਦਿ ਦੇ ਸੰਕਲਪ ਉਪਜੇ ਹਨ। ਵਿਦਾ ਹੋਣ ਵੇਲੇ ਹੱਥ ਉੱਚਾ ਕਰਕੇ ਹਿਲਾਇਆ ਜਾਂਦਾ ਹੈ। ਮਿਲਣ ਵੇਲੇ ਹੱਥ ਮਿਲਾਇਆ ਜਾਂਦਾ ਹੈ। ਪਿਆਰ ਵਿੱਚ ਸਭ ਤੋਂ ਪਹਿਲਾਂ ਹੱਥ ਛੋਹਿਆ ਜਾਂਦਾ ਹੈ। ਕਿਸੇ ਸਾਜ਼ਿਸ਼ ਵਿੱਚ ਵਿਰੋਧੀ ਦਾ ਹੱਥ ਨਾਲ ਗਲਾ ਘੁੱਟਿਆ ਜਾਂਦਾ ਹੈ। ਗੁੱਸੇ ਵਿੱਚ ਹੱਥ ਨਾਲ ਹੀ ਥੱਪੜ ਮਾਰਿਆ ਜਾਂਦਾ ਹੈ। ਹੱਥਾਂ ਨਾਲ ਜੁੜੇ ਹਰ ਭਾਸ਼ਾ ਵਿੱਚ ਸੈਂਕੜੇ ਅਖਾਣ ਮੁਹਾਵਰੇ ਹਨ, ਜਿਵੇਂ ਰੰਗੇ ਹੱਥੀਂ ਫੜਨਾ, ਹੱਥ ਅੱਡਣਾ, ਹੱਥ ਚੁੱਕਣਾ, ਹੱਥਾਂ 'ਤੇ ਪਾਉਣਾ, ਹੱਥ ਖੋਲ੍ਹਣਾ, ਹੱਥ 'ਤੇ ਹੱਥ ਰੱਖ ਕੇ ਬਹਿਣਾ, ਤਾੜੀ 2 ਹੱਥਾਂ ਨਾਲ ਵੱਜਦੀ ਹੈ ਆਦਿ। ਹੱਥਾਂ ਦੇ ਸੰਕੇਤਾਂ ਨਾਲ ਅਸੀਂ ਕਈ ਸੂਚਨਾਵਾਂ ਦਾ ਸੰਚਾਰ ਕਰਦੇ ਹਾਂ। ਕਾਰਜਾਂ ਤੋਂ ਮਗਰੋਂ ਹੱਥ ਦਾ ਵੱਡਮੁੱਲਾ ਯੋਗਦਾਨ ਸੰਚਾਰ ਅਤੇ ਭਾਸ਼ਾ ਦਾ ਨਿਰਮਾਣ ਕਰਨਾ ਰਿਹਾ ਹੈ। ਮਨੁੱਖ ਨੇ ਜ਼ਬਾਨ ਨਾਲ ਬੋਲਣ ਤੋਂ ਪਹਿਲਾਂ ਹੱਥਾਂ ਨਾਲ ਸੰਚਾਰ ਕਰਨਾ ਆਰੰਭ ਕੀਤਾ ਸੀ। ਹੱਥ ਜੇਬ ਵਿੱਚ ਪਾ ਕੇ ਜਾਂ ਲੁਕਾ ਕੇ ਬਹੁਤੀ ਗੱਲਬਾਤ ਨਹੀਂ ਕੀਤੀ ਜਾ ਸਕਦੀ। ਕਿਸੇ ਦੇ ਹੱਥ ਪਿੱਛੇ ਕਰਕੇ ਬੰਨ੍ਹ ਦਿਓ, ਉਹ ਥਥਲਾਉਣ ਅਤੇ ਥਿੜਕਣ ਲੱਗ ਪਏਗਾ। ਹੱਥਾਂ ਅਤੇ ਸਰੀਰ ਨਾਲ ਅਸੀਂ ਲਗਭਗ 60% ਸੰਚਾਰ ਕਰਦੇ ਹਾਂ। ਜਦੋਂ ਅਸੀਂ ਬੋਲਦੇ ਹਾਂ, ਉਦੋਂ ਵੀ ਹੱਥਾਂ ਨੂੰ ਸੰਚਾਰ ਲਈ ਵਰਤਦੇ ਹਾਂ। ਹਰਕਤਾਂ ਦੀ ਭਾਸ਼ਾ ਸਾਰੇ ਸੰਸਾਰ ਵਿੱਚ ਬੋਲੀ ਸਮਝੀ ਜਾਂਦੀ ਹੈ। ਹੱਥ ਦੀਆਂ ਕਈ ਹਰਕਤਾਂ ਤੋਂ ਚਿੰਤਾ ਅਤੇ ਘਬਰਾਹਟ, ਕਈਆਂ ਤੋਂ ਖੁਸ਼ੀ ਅਤੇ ਸੰਤੁਸ਼ਟੀ ਅਤੇ ਕਈ ਵਾਰੀ ਸੰਸਾ ਅਤੇ ਦੁਚਿੱਤੀ ਪ੍ਰਗਟ ਹੁੰਦੀ ਹੈ। ਜਿਹੜੇ ਅਧਿਆਪਕ ਬੋਲਣ ਨਾਲ ਢੁਕਵੀਆਂ ਹਰਕਤਾਂ ਵੀ ਕਰਦੇ ਹਨ, ਉਹਨਾਂ ਦੀ ਗੱਲ ਵਿਦਿਆਰਥੀਆਂ ਨੂੰ ਵਧੇਰੇ ਵੀ ਅਤੇ ਸੌਖਿਆਂ ਵੀ ਸਮਝ ਆਉਂਦੀ ਹੈ। ਖਲੋ ਕੇ ਪੜ੍ਹਾਉਣ ਵਾਲਾ ਅਧਿਆਪਕ ਹੱਥਾਂ ਨਾਲ ਵਧੇਰੇ ਸੰਕੇਤ ਦਿੰਦਾ ਹੈ, ਵਧੇਰੇ ਪੜ੍ਹਾਉਂਦਾ ਹੈ, ਸਪਸ਼ਟ ਰੂਪ ਵਿੱਚ ਪੜ੍ਹਾਉਂਦਾ ਹੈ ਅਤੇ ਉਸ ਦਾ ਪੜ੍ਹਾਇਆ ਵਧੇਰੇ ਸਮਝ ਆਉਂਦਾ ਹੈ ਅਤੇ ਵਧੇਰੇ ਯਾਦ ਰਹਿੰਦਾ ਹੈ। ਬੈਠ ਕੇ ਜਾਂ ਕੇਵਲ ਬੋਲ ਕੇ ਪੜ੍ਹਾਉਣ ਵਾਲੇ ਅਧਿਆਪਕ ਛੋਟੀ ਉਮਰ ਦੇ ਵਿਦਿਆਰਥੀਆਂ ਲਈ ਵੀ ਉਪਯੋਗੀ ਸਿੱਧ ਨਹੀਂ ਹੁੰਦੇ। ਛੋਟੇ ਬੱਚਿਆਂ ਲਈ ਭਾਸ਼ਣ ਨਹੀਂ, ਅਧਿਆਪਕ ਦਾ ਸਰੀਰਕ ਕਾਰਜ ਵਧੇਰੇ ਅਸਰਦਾਰ ਹੁੰਦਾ ਹੈ। ਬੱਚੇ ਅਦਾਕਾਰੀ ਨੂੰ ਪਸੰਦ ਕਰਦੇ ਹਨ ਅਤੇ ਅਦਾਕਾਰੀ ਕਰਨੀ ਚਾਹੁੰਦੇ ਹਨ। ਕਠਪੁਤਲੀਆਂ ਦੀ ਕਲਾ ਹੱਥਾਂ ਦੀ ਕਲਾ ਹੈ। ਜਾਦੂ ਤਾਂ ਹੈ ਹੀ ਹੱਥ ਦੀ ਕਲਾ। ਵਿਦਿਆਰਥੀ ਅਧਿਆਪਕਾਂ ਦਾ ਪੜ੍ਹਾਇਆ ਹੀ ਨਹੀਂ, ਉਹਨਾਂ ਦੀ ਅਦਾਕਾਰੀ ਵੀ ਯਾਦ ਰੱਖਦੇ ਹਨ। ਵੱਖ-ਵੱਖ ਵਿਅਕਤੀਆਂ ਨੂੰ ਵੀ ਅਸੀਂ ਉਹਨਾਂ ਦੀਆਂ ਹਰਕਤਾਂ ਅਤੇ ਹਾਵਾਂ ਭਾਵਾਂ ਦੇ ਸੰਦਰਭ ਵਿੱਚ ਯਾਦ ਰੱਖਦੇ ਹਾਂ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਧੇਰੇ ਸੌਖ ਨਾਲ ਅਤੇ ਵਧੇਰੇ ਮਾਤਰਾ ਵਿੱਚ ਇਸ ਲਈ ਬੋਲਦੀਆਂ ਹਨ ਕਿਉਂਕਿ ਉਹ ਬੋਲਦਿਆਂ ਹੱਥਾਂ ਨਾਲ ਸੰਕੇਤ ਵਧੇਰੇ ਕਰਦੀਆਂ ਹਨ। ਹਰਕਤਾਂ ਵਧੇਰੇ ਕਰਨ ਕਰਕੇ ਇਸਤਰੀਆਂ ਲਈ ਬੋਲਣਾ ਸੌਖਾ ਹੁੰਦਾ ਹੈ। ਬੋਲਣਾ ਸੌਖਾ ਲੱਗਣ ਕਰਕੇ ਉਹਨਾਂ ਨੂੰ ਹਰਕਤਾਂ ਕਰਨੀਆਂ ਆਪੇ ਆ ਜਾਂਦੀਆਂ ਹਨ। ਚੰਗੇ ਸਕੂਲ ਵਿਦਿਆਰਥੀਆਂ ਦੇ ਦਿਮਾਗ ਅਤੇ ਹੱਥਾਂ ਵਿੱਚ ਸੁਖਾਵਾਂ ਤਾਲਮੇਲ ਉਸਾਰਦੇ ਹਨ। ਜਿਨ੍ਹਾਂ ਨੂੰ ਉਪਯੋਗੀ ਢੰਗ ਨਾਲ ਹੱਥ ਵਰਤਣੇ ਆ ਜਾਣ, ਉਹਨਾਂ ਨੂੰ ਦਿਮਾਗ ਵਰਤਣਾ ਆਪੇ ਆ ਜਾਂਦਾ ਹੈ। ਸਿੱਖਿਆ ਪ੍ਰਦਾਨ ਕਰਨ ਦੀਆਂ ਅਨੇਕਾਂ ਵਿਧੀਆਂ ਹਨ। ਕਈ ਬੱਚੇ ਸੰਗੀਤ ਨਾਲ, ਕਈ ਪ੍ਰਯੋਗ ਨਾਲ, ਕਈ ਹੋਰਾਂ ਨੂੰ ਵੇਖ ਕੇ ਸਿੱਖਦੇ ਹਨ। ਭਾਵੇਂ ਭਾਸ਼ਣੀ ਵਿਧੀ ਵਧੇਰੇ ਵਰਤੀ ਜਾਂਦੀ ਹੈ, ਪਰ ਹੱਥਾਂ ਵਾਲੀ ਪ੍ਰਯੋਗੀ ਵਿਧੀ ਵਧੇਰੇ ਸਫਲ ਸਾਬਤ ਹੁੰਦੀ ਹੈ। ਜਿਹੜੇ ਵਿਦਿਆਰਥੀ ਪੜ੍ਹਦੇ ਸੁਣਦੇ ਹਨ ਪਰ ਕਰਦੇ ਕੁਝ ਨਹੀਂ, ਉਹਨਾਂ ਕੋਲ ਸਿਧਾਂਤ ਗਿਆਨ ਤਾਂ ਹੁੰਦਾ ਹੈ ਪਰ ਕੁਝ ਕਰਨ ਦਾ ਉਦਮ ਨਹੀਂ ਹੁੰਦਾ, ਇਹ ਨੌਕਰੀ ਕਰਨ ਦੇ ਇੱਛੁਕ ਹੁੰਦੇ ਹਨ। ਜਿਨ੍ਹਾਂ ਨੇ ਹੱਥਾਂ ਨਾਲ ਕਾਰਜ ਕੀਤਾ ਹੁੰਦਾ ਹੈ, ਉਹ ਆਪਣਾ ਕੰਮ ਆਰੰਭਣ, ਚਲਾਉਣ ਅਤੇ ਕਰਨ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਉਹ ਮਾਲਕਾਂ ਦੇ ਨੌਕਰ ਨਹੀਂ, ਨੌਕਰਾਂ ਦੇ ਮਾਲਕ ਬਣਦੇ ਹਨ। ਕੰਮ ਕੋਈ ਹੋਵੇ, ਖੇਤਰ ਕੋਈ ਹੋਵੇ, ਉਸ ਵਿੱਚ ਹੱਥਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਲੱਖਾਂ ਨੇਤਰਹੀਣਾਂ ਲਈ ਪ੍ਰੇਰਨਾ ਬਣੀ ਹੈਲਨ ਕੇਲਰ ਅੰਨ੍ਹੀ ਅਤੇ ਬੋਲੀ ਸੀ। ਉਸ ਦੀ ਇੱਕ ਅਧਿਆਪਕਾ ਨੇ ਉਸਨੂੰ ਉਸਦੇ ਹੱਥਾਂ ਨਾਲ ਪੜ੍ਹਾਉਣ ਦੀ ਵਿਧੀ ਸਿਰਜੀ ਸੀ। ਜੇ ਅਧਿਆਪਕਾਂ ਨੇ ਹੈਲਨ ਨੂੰ ਦੱਸਣਾ ਹੁੰਦਾ ਸੀ ਕਿ ਪਾਣੀ ਕੀ ਹੁੰਦਾ ਹੈ ਤਾਂ ਉਹ ਉਸਦਾ ਹੱਥ ਵਗਦੇ ਨਲਕੇ ਥੱਲੇ ਰੱਖਦੀ ਸੀ। ਜੇ ਅੱਗ ਬਾਰੇ ਦੱਸਣਾ ਹੁੰਦਾ ਸੀ ਤਾਂ ਉਹ ਉਸਦਾ ਹੱਥ ਅੰਗੀਠੀ ਨੇੜੇ ਲੈ ਜਾਂਦੀ ਸੀ। ਜੇ ਜ਼ਮੀਨ ਬਾਰੇ ਦੱਸਣਾ ਸੀ ਤਾਂ ਜ਼ਮੀਨ 'ਤੇ ਬੈਠਾ ਕੇ ਹੱਥ ਜ਼ਮੀਨ 'ਤੇ ਰੱਖਦੀ ਸੀ। ਇਵੇਂ ਹੱਥਾਂ ਦੀ ਵਰਤੋਂ ਨਾਲ ਹੈਲਨ ਨਾ ਕੇਵਲ ਆਪ ਪੜ੍ਹੀ, ਉਸਨੇ ਕਈਆਂ ਨੂੰ ਪੜ੍ਹਾਇਆ ਵੀ। ਜੇ ਕਿਸੇ ਦੀ ਯਾਦ ਸ਼ਕਤੀ ਗਵਾਚ ਜਾਵੇ ਤਾਂ ਹੱਥਾਂ ਦੀ ਉਪਰੋਕਤ ਵਿਧੀ ਨਾਲ ਯਾਦ ਸ਼ਕਤੀ ਮੁੜ ਜਗਾਈ ਜਾ ਸਕਦੀ ਹੈ।
ਹੱਥਾਂ ਨਾਲ ਪੜ੍ਹਾਉਣ ਅਤੇ ਗੁਆਚੀ ਯਾਦ ਸ਼ਕਤੀ ਮੁੜ ਬਹਾਲ ਕਰਨ ਵਾਲੀ ਇਹ ਵਿਧੀ ਮੰਦਬੁੱਧੀ ਵਾਲੇ ਬੱਚਿਆਂ ਲਈ ਹੁਣ ਵਿਸ਼ਵ ਭਰ ਵਿੱਚ ਵਰਤੀ ਜਾਣ ਵਾਲੀ ਇੱਕ ਪ੍ਰਮਾਣਿਕ ਵਿਧੀ ਹੈ। ਹੱਥਾਂ ਦਾ ਦੂਜਾ ਵੱਡਾ ਯੋਗਦਾਨ ਮਨੁੱਖੀ ਦਿਮਾਗ ਦਾ ਵਿਕਾਸ ਕਰਨਾ ਰਿਹਾ ਹੈ। ਅਗਲੀਆਂ ਲੱਤਾਂ ਨੂੰ ਦੌੜਨ ਤੁਰਨ ਤੋਂ ਮੁਕਤ ਕਰਵਾ ਕੇ ਮਨੁੱਖ ਦਰੱਖਤਾਂ ਤੋਂ ਥੱਲੇ ਉਤਰਿਆ ਅਤੇ ਧਰਤੀ ਉਸ ਦੀ ਕਰਮ ਭੂਮੀ ਬਣੀ। ਚਾਰ ਦੀ ਥਾਂ ਦੋ ਲੱਤਾਂ ਵਰਤਣ ਕਾਰਨ ਅਤੇ ਸਰੀਰ ਸਿੱਧਾ ਹੋਣ ਕਰਕੇ ਮਨੁੱਖ ਦਾ ਕੱਦ ਲੰਬਾ ਹੋ ਗਿਆ, ਪਰ ਉਸ ਦੀ ਰਫ਼ਤਾਰ ਘਟ ਗਈ। ਅਗਲੇ ਦੋ ਪੈਰ ਹੱਥ ਬਣ ਗਏ ਅਤੇ ਮਨੁੱਖ ਨੇ ਸੰਦਾਂ ਦਾ ਨਿਰਮਾਣ ਕਰਨਾ ਸਿੱਖਿਆ। ਜਿਉਂ-ਜਿਉਂ ਮਨੁੱਖ ਸੋਚਦਾ ਗਿਆ ਹੈ, ਤਿਉਂ-ਤਿਉਂ ਉਹ ਹੱਥਾਂ ਲਈ ਨਵੇਂ-ਨਵੇਂ ਕਾਰਜ ਸਿਰਜਦਾ ਗਿਆ ਹੈ। ਜਿਉਂ-ਜਿਉਂ ਹੱਥ ਵਧੇਰੇ ਅਤੇ ਨਵੇਂ ਕਾਰਜ ਕਰਦੇ ਗਏ ਹਨ, ਤਿਉਂ-ਤਿਉਂ ਦਿਮਾਗ ਨੂੰ ਵਧੇਰੇ ਸੂਚਨਾ ਮਿਲਦੀ ਗਈ ਹੈ ਅਤੇ ਦਿਮਾਗ ਸਮੱਸਿਆਵਾਂ ਸੁਲਝਾਉਣ ਦਾ ਵਿਕਾਸ ਕਰਦਾ ਗਿਆ ਹੈ। ਦਿਮਾਗ ਦੇ ਹਰ ਨਿਰਣੇ 'ਤੇ ਅਮਲ ਕਰਨ ਦੀ ਜ਼ਿੰਮੇਵਾਰੀ ਹੱਥਾਂ ਦੀ ਹੈ। ਇਵੇਂ ਦਿਮਾਗ ਅਤੇ ਹੱਥਾਂ ਵਿਚਕਾਰ ਤਾਲਮੇਲ ਮਨੁੱਖੀ ਬੁੱਧੀ ਅਤੇ ਮਨੁੱਖੀ ਸਮਾਜ ਦੇ ਨਿਰਮਾਣ ਦਾ ਆਧਾਰ ਬਣਿਆ ਹੈ। ਦਿਮਾਗ ਨਾਲ ਸੋਚਣ ਅਤੇ ਹੱਥਾਂ ਨਾਲ ਸੰਦ ਬਣਾਉਣ ਅਤੇ ਸੰਦ ਵਰਤਣ ਕਰਕੇ ਮਨੁੱਖ ਆਪ ਸ਼ਿਕਾਰ ਬਣਨ ਤੋਂ ਹੀ ਨਾ ਬਚਿਆ, ਸਗੋਂ ਉਹ ਹੋਰ ਪਸ਼ੂਆਂ ਦਾ ਆਪ ਸ਼ਿਕਾਰ ਕਰਨ ਲੱਗ ਪਿਆ ਅਤੇ ਉਸਨੇ ਪਸ਼ੂ ਬਲ ਵਰਤ ਕੇ ਆਪਣੇ ਜੀਵਨ ਨੂੰ ਸੁਰੱਖਿਅਤ ਹੀ ਨਾ ਕੀਤਾ, ਸਗੋਂ ਆਪਣੇ ਪਾਲਣ ਵਾਲੇ ਪਸ਼ੂਆਂ ਦੀ ਵਧੇਰੇ ਸ਼ਕਤੀਸ਼ਾਲੀ ਪਸ਼ੂਆਂ ਤੋਂ ਵੀ ਰੱਖਿਆ ਕੀਤੀ। ਹੱਥਾਂ ਉੱਤੇ ਲਕੀਰਾਂ ਜਾਂ ਉਂਗਲਾਂ ਦੇ ਜੋੜ ਹੱਥਾਂ ਦੀਆਂ ਹੱਡੀਆਂ ਉੱਤੇ ਚੜ੍ਹੇ ਚਮੜੀ ਦੇ ਦਸਤਾਨੇ ਦੇ ਨਿਸ਼ਾਨ ਹਨ। ਇਹ ਲਕੀਰਾਂ ਅਤੇ ਜੋੜ ਹੱਥ ਨੂੰ ਫੈਲਾਉਣ, ਸੁੰਗੜਨ, ਕੁਝ ਪਕੜਨ, ਚੁੱਕਣ ਆਦਿ ਦੇ ਪੱਖੋਂ ਹੱਥਾਂ ਦੀ ਕਾਰਗੁਜ਼ਾਰੀ ਵਧਾਉਣ ਲਈ ਹਨ। ਜੋਤਸ਼ੀਆਂ ਨੇ ਹੱਥਾਂ ਦੀਆਂ ਲਕੀਰਾਂ ਦੇ ਮਨਘੜਤ ਅਰਥ ਕੱਢ ਕੇ ਵਹਿਮੀ ਲੋਕਾਂ ਦੇ ਸਿਰ 'ਤੇ ਆਪਣਾ ਧੰਦਾ ਚਲਾਇਆ ਹੈ। ਸੰਸਾਰ ਵਿੱਚ ਜੋ ਚੰਗਾ ਮਾੜਾ ਹੈ, ਉਹ ਹੱਥਾਂ ਦਾ ਸਿਰਜਿਆ ਹੋਇਆ ਹੈ। ਤਾਜ ਮਹਿਲ ਵੀ ਹੱਥਾਂ ਨੇ ਬਣਾਇਆ ਹੈ ਅਤੇ ਐਟਮ ਬੰਬ ਵੀ। ਹੱਥ ਦੇ ਅਨੇਕਾਂ ਰੂਪ, ਕਾਰਜ ਅਤੇ ਪੱਖ ਹਨ। ਲਗਭਗ ਸਾਰੀਆਂ ਕਲਾਵਾਂ ਹਸਤ ਕਲਾਵਾਂ ਹਨ। ਕੁਝ ਲਿਖਣ ਵੇਲੇ ਬੁੱਧੀ, ਅੱਖ ਅਤੇ ਹੱਥ ਵਿੱਚ ਤਾਲਮੇਲ ਜ਼ਰੂਰੀ ਹੁੰਦਾ ਹੈ। ਲਿਖਾਈ ਦਾ ਚੰਗਾ ਮਾੜਾ ਹੋਣਾ ਇਸ ਤਾਲਮੇਲ 'ਤੇ ਨਿਰਭਰ ਕਰਦਾ ਹੈ। ਮਨੁੱਖ ਸਭ ਜੀਵਾਂ ਤੋਂ ਸਿਆਣਾ ਹੈ ਕਿ ਨਹੀਂ, ਇਸ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਹੱਥਾਂ ਦੀ ਕਾਰਜ ਕੁਸ਼ਲਤਾ ਵਿੱਚ ਮਨੁੱਖ ਸਭ ਜੀਵਾਂ ਤੋਂ ਉੱਚਾ, ਨਿਪੁੰਨ ਅਤੇ ਅੱਗੇ ਹੈ। ਕਈ ਇਕੱਲੇ ਬਹਿ ਕੇ ਸੋਚਦਿਆਂ, ਟੈਲੀਫੋਨ 'ਤੇ ਬੋਲਦਿਆਂ ਜਾਂ ਸੰਗੀਤ ਸੁਣਦਿਆਂ ਵੀ ਹੱਥ ਨਾਲ ਹਰਕਤਾਂ ਕਰਦੇ ਹਨ। ਅਸੀਂ ਹੱਥ ਦੀਆਂ ਹਰਕਤਾਂ ਪਹਿਲਾਂ ਕਰਦੇ ਹਾਂ, ਬੋਲਦੇ ਮਗਰੋਂ ਹਾਂ। ਮਨੁੱਖ ਨੇ ਹਰਕਤਾਂ ਕਰਨੀਆਂ ਪਹਿਲਾਂ ਸਿੱਖੀਆਂ ਸਨ, ਬੋਲਣਾ ਮਗਰੋਂ ਸਿੱਖਿਆ ਸੀ। ਜਦੋਂ ਕਿਸੇ ਮਨੁੱਖ ਦੇ ਬੋਲੇ ਜਾ ਰਹੇ ਸ਼ਬਦਾਂ ਅਤੇ ਹਰਕਤਾਂ ਵਿੱਚ ਤਾਲਮੇਲ ਨਾ ਹੋਵੇ ਤਾਂ ਹਾਸ ਰਾਸ ਉਪਜਦਾ ਹੈ। ਹੱਥਾਂ ਦੀ ਆਪਣੀ ਸੋਚ ਹੁੰਦੀ ਹੈ ਅਤੇ ਆਪਣੀ ਯਾਦ ਸ਼ਕਤੀ ਵੀ ਹੁੰਦੀ ਹੈ। ਹਰ ਕੋਈ ਸੋਚਦਿਆਂ ਹੱਥਾਂ ਨੂੰ ਵੱਖਰੇ ਢੰਗ ਨਾਲ ਵਰਤਦਾ ਹੈ। ਕੋਈ ਸਿਰ ਖੁਰਕਦਾ ਹੈ, ਕੋਈ ਚੁਟਕੀ ਵਜਾਉਂਦਾ ਹੈ, ਕੋਈ ਨਹੁੰ ਟੁੱਕਦਾ ਹੈ। ਸਮੱਸਿਆ ਭਾਵੇਂ ਇੱਕ ਹੀ ਹੋਵੇ, ਹਰ ਕੋਈ ਵੱਖਰੀਆਂ ਹਰਕਤਾਂ ਨਾਲ ਸੋਚਦਾ ਹੈ। ਹੱਥਾਂ ਦੀ ਵਧੇਰੇ ਵਰਤੋਂ ਕਰਨ ਵਾਲੇ ਸੋਚਦੇ ਵੀ ਵਧੇਰੇ ਹਨ। ਉਹ ਜੁਗਾੜ ਲਾਉਣ ਅਤੇ ਸਮੱਸਿਆ ਨੂੰ ਸਮੇਂ ਸਿਰ ਸੁਲਝਾਉਣ ਵਿੱਚ ਵੀ ਮਾਹਿਰ ਹੁੰਦੇ ਹਨ। ਫਿਲੀਪੀਨਜ਼ ਵਿੱਚ ਇੱਕ ਸਿੰਚਾਈ ਯੋਜਨਾ ਨਿਰਮਾਣ ਅਧੀਨ ਸੀ, ਜਿਸ ਲਈ ਅਮਰੀਕਾ ਤੋਂ ਆਉਣ ਵਾਲੇ ਵੱਡੇ ਪੰਪ ਦੂਜੇ ਵਿਸ਼ਵ ਯੁੱਧ ਕਾਰਨ ਆ ਨਹੀਂ ਸਨ ਰਹੇ। ਪਰ ਇੱਕ ਇੰਜੀਨੀਅਰ ਨੇ ਪੁਰਾਣੇ ਟਰੱਕਾਂ ਦੇ ਇੰਜਣਾਂ ਨੂੰ ਵਰਤ ਕੇ ਪੰਪਾਂ ਦਾ ਜੁਗਾੜ ਕਰਕੇ ਸਮੱਸਿਆ ਹੱਲ ਕੀਤੀ ਅਤੇ ਕੰਮ ਜਾਰੀ ਰੱਖਿਆ। ਦੇਸ਼ ਦੇ ਰਾਸ਼ਟਰਪਤੀ ਦੀ ਇਸ ਯੋਜਨਾ ਵਿੱਚ ਡੂੰਘੀ ਦਿਲਚਸਪੀ ਸੀ। ਰਾਸ਼ਟਰਪਤੀ ਨੇ ਇਸ ਘਾੜਤ ਲਈ ਇੰਜੀਨੀਅਰ ਦੀ ਪ੍ਰਸ਼ੰਸਾ ਕਰਨ ਦੇ ਉਦੇਸ਼ ਨਾਲ ਉਸ ਇੰਜੀਨੀਅਰ ਨੂੰ ਬੁਲਾ ਕੇ ਪੁੱਛਿਆ ਕਿ ਪੁਰਾਣੇ ਟਰੱਕਾਂ ਦੇ ਇੰਜਣਾਂ ਨੂੰ ਪੰਪਾਂ ਵਜੋਂ ਵਰਤਣ ਦੇ ਫੈਸਲੇ ਵਿੱਚ ਕੀ ਉਸ ਦਾ ਹੱਥ ਸੀ। ਇੰਜੀਨੀਅਰ ਨੇ ਸਮਝਿਆ ਕਿ ਸ਼ਾਇਦ ਰਾਸ਼ਟਰਪਤੀ ਨੂੰ ਨਕਾਰਾ ਹੋਏ ਟਰੱਕਾਂ ਦੇ ਇੰਜਣਾਂ ਨੂੰ ਪੰਪਾਂ ਵਜੋਂ ਵਰਤਣ ਦੀ ਉਸਦੀ ਕਾਰਵਾਈ ਚੰਗੀ ਨਹੀਂ ਲੱਗੀ, ਪਰ ਉਸਨੇ ਸਵੈ ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਿਹਾ, ਜੀ ਹਾਂ, ਅਜਿਹਾ ਕਰਨ ਲਈ ਮੈਂ ਜ਼ਿੰਮੇਵਾਰ ਹਾਂ। ਸੁਣ ਕੇ ਰਾਸ਼ਟਰਪਤੀ ਨੇ ਕਿਹਾ, ਫਿਰ ਆਪਣਾ ਹੱਥ ਉੱਚਾ ਕਰੋ। ਜਦੋਂ ਤੌਖਲੇ ਤੇ ਦੁਚਿੱਤੀ ਵਿੱਚ ਇੰਜੀਨੀਅਰ ਨੇ ਹੱਥ ਉੱਚਾ ਕੀਤਾ ਤਾਂ ਰਾਸ਼ਟਰਪਤੀ ਨੇ ਉਸ ਨੂੰ ਸਿੰਚਾਈ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ। ਪੁਲਿਸ ਨੇ ਜਦੋਂ ਕਿਸੇ ਫੜੇ ਮੁਜਰਿਮ ਨੂੰ ਕਾਬੂ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਹੱਥਕੜੀ ਨਾਲ ਉਸ ਦੇ ਹੱਥ ਬੰਨ੍ਹੇ ਜਾਂਦੇ ਹਨ। ਕਿਸੇ ਗੰਭੀਰ ਅਪਰਾਧ ਦੇ ਦੋਸ਼ੀ ਨੂੰ ਦੌੜਨ ਤੋਂ ਅਤੇ ਉਸ ਵੱਲੋਂ ਹਮਲਾ ਕਰਨ ਤੋਂ ਰੋਕਣ ਲਈ ਉਸ ਦੇ ਹੱਥ ਪਿੱਛੇ ਕਰਕੇ ਬੰਨ੍ਹੇ ਜਾਂਦੇ ਹਨ। ਚੀਨ ਵਿੱਚ ਦੋਸ਼ੀ ਨੂੰ ਕਤਲ ਦੇ ਜੁਰਮ ਵਿੱਚ ਲੰਮਾ ਅਰਸਾ ਜੇਲ੍ਹ ਵਿੱਚ ਬੰਦ ਰੱਖਣ ਦੀ ਥਾਂ ਉਸ ਦਾ ਅੰਗੂਠਾ ਅਤੇ ਕਈ ਵਾਰੀ ਪਹਿਲੀ ਉਂਗਲੀ ਵੀ ਕੱਟ ਦਿੱਤੀ ਜਾਂਦੀ ਸੀ। ਇਵੇਂ ਨਾ ਕੇਵਲ ਉਹ ਹਰ ਥਾਂ ਪਛਾਣਿਆ ਜਾਂਦਾ ਸੀ, ਉਹ ਅੰਗੂਠੇ ਬਿਨਾਂ ਹੱਥ ਦੇ ਨਕਾਰਾ ਹੋਣ ਕਾਰਨ ਸਾਰਾ ਜੀਵਨ ਹੀ ਮੰਗਤਾ ਬਣਿਆ ਰਹਿੰਦਾ ਸੀ। ਮੁਸਲਿਮ ਦੇਸ਼ਾਂ ਵਿੱਚ ਦੋਸ਼ੀ ਦਾ ਹੱਥ ਹੀ ਕੱਟ ਦਿੱਤਾ ਜਾਂਦਾ ਰਿਹਾ ਹੈ।
ਆਮ ਕਰਕੇ ਕਿਹਾ ਜਾਂਦਾ ਹੈ ਕਿ ਤਾਜ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਕੱਟ ਦਿੱਤੇ ਗਏ ਸਨ ਤਾਂ ਕਿ ਉਹ ਦੁਬਾਰਾ ਅਜਿਹਾ ਨਿਰਮਾਣ ਨਾ ਕਰ ਸਕਣ, ਪਰ ਇਹ ਕੇਵਲ ਕਹਾਣੀਆਂ ਹੀ ਹਨ। ਕੁਝ ਕਾਰਜ ਅਸੀਂ ਕੇਵਲ ਸੱਜੇ ਹੱਥ ਨਾਲ ਕਰਦੇ ਹਾਂ, ਜਿਵੇਂ ਟੂਟੀ ਖੋਲ੍ਹਣੀ। ਕੁਝ ਕਾਰਜ ਦੋਵੇਂ ਹੱਥਾਂ ਨਾਲ ਕੀਤੇ ਜਾਂਦੇ ਹਨ, ਜਿਵੇਂ ਪਤੀਲਾ ਚੁੱਕਣਾ, ਅਤੇ ਕੁਝ ਕਾਰਜ ਅਸੀਂ ਦੋਹਾਂ ਹੱਥਾਂ ਦੇ ਸਹਿਯੋਗ ਨਾਲ ਕਰਦੇ ਹਾਂ, ਜਿਵੇਂ ਮੂੰਹ ਧੋਣਾ। ਖੱਬੇ ਦੇ ਮੁਕਾਬਲੇ ਸੱਜਾ ਹੱਥ 20 ਗੁਣਾ ਵਧੇਰੇ ਵਰਤਿਆ ਜਾਂਦਾ ਹੈ। ਈਸਾਈ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਸੱਜੇ ਹੱਥ ਨੂੰ ਪਰਮਾਤਮਾ ਦਾ ਹੱਥ ਅਤੇ ਖੱਬੇ ਹੱਥ ਨੂੰ ਸ਼ੈਤਾਨ ਦਾ ਹੱਥ ਦੱਸਦੇ ਹਨ। ਸਮਾਜਿਕ ਪੱਖੋਂ ਸੱਜਾ ਹੱਥ ਆਪਣੇ ਕਾਰਜਾਂ ਲਈ ਅਤੇ ਖੱਬਾ ਹੱਥ ਦੂਜਿਆਂ ਦੇ ਕਾਰਜਾਂ ਲਈ ਦੱਸਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸ਼ੈਤਾਨ ਖੱਬੂ ਸੀ, ਚੁੜੇਲਾਂ ਵੀ ਖੱਬੂ ਹੁੰਦੀਆਂ ਹਨ, ਭੂਤ ਖੱਬੇ ਪਾਸਿਓਂ ਦਿਸਦੇ ਹਨ। ਜੇ ਸੱਜੇ ਹੱਥ ਦੀ ਤਲੀ 'ਤੇ ਖਾਜ ਹੋਵੇ ਤਾਂ ਪੈਸਾ ਮਿਲਣ ਦੀ ਸੰਭਾਵਨਾ ਅਤੇ ਖੱਬੇ ਹੱਥ ਦੀ ਤਲੀ 'ਤੇ ਖਾਜ ਨੁਕਸਾਨ ਹੋਣ ਦਾ ਸੰਕੇਤ ਮੰਨੀ ਜਾਂਦੀ ਹੈ। ਬੱਚਾ ਆਪਣੀ ਗਰਦਨ ਨੂੰ ਸੱਜੇ ਹੱਥ ਘੁਮਾਉਣੀ ਪਹਿਲਾਂ ਸਿੱਖਦਾ ਹੈ। ਖੱਬੂ ਵਿਅਕਤੀ ਨੂੰ ਹੈਰਾਨੀ ਨਾਲ ਵੇਖਿਆ ਜਾਂਦਾ ਹੈ। ਖੱਬੂਆਂ ਦੀ ਗਿਣਤੀ ਕਈ ਸਮਾਜਾਂ ਵਿੱਚ 20% ਵੀ ਵੇਖੀ ਗਈ ਹੈ। ਖੱਬੂਆਂ ਨੂੰ ਭੀੜ ਵਿੱਚ ਵਿਚਰਨ, ਸੰਗੀਤ ਅਪਣਾਉਣ, ਨੱਚਣ ਅਤੇ ਹਥਿਆਰ ਵਰਤਣ ਵਿੱਚ ਮੁਸ਼ਕਲ ਹੁੰਦੀ ਹੈ। ਖੱਬੂ ਸੱਜੂਆਂ ਨਾਲੋਂ ਔਸਤਨ 7 ਸਾਲ ਪਹਿਲਾਂ ਚਲਾਣਾ ਕਰਦੇ ਹਨ। ਕਈ ਸਮਾਜਾਂ ਵਿੱਚ ਕਿਸੇ ਨਾਲ ਹੱਥ ਮਿਲਾਉਣ ਸਮੇਂ ਖੱਬਾ ਹੱਥ ਅੱਗੇ ਕਰਨਾ ਬੇਇੱਜ਼ਤੀ ਕਰਨ ਦਾ ਸੰਕੇਤ ਸਮਝਿਆ ਜਾਂਦਾ ਹੈ। ਹਰੇਕ ਸੱਭਿਆਚਾਰ ਵਿੱਚ ਚੰਗੀਆਂ ਚੀਜ਼ਾਂ ਸੱਜੇ ਹੱਥ ਨਾਲ ਅਤੇ ਭੈੜੀਆਂ ਚੀਜ਼ਾਂ ਖੱਬੇ ਹੱਥ ਨਾਲ ਜੁੜੀਆਂ ਹੁੰਦੀਆਂ ਹਨ। ਹੱਥਾਂ ਨੂੰ ਸਭ ਥਾਵਾਂ 'ਤੇ ਕੰਮ ਨਾਲ ਜੋੜਿਆ ਜਾਂਦਾ ਹੈ। ਕਈਆਂ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈ। ਜਿਨ੍ਹਾਂ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈ ਉਹ ਸਭ ਖੇਤਰਾਂ ਵਿੱਚ ਸਫਲ ਹੁੰਦੇ ਹਨ। ਜਦੋਂ ਤੱਕ ਕਿਸਾਨ ਆਪਣੇ ਹੱਥਾਂ ਨਾਲ ਖੇਤੀ ਕਰਦਾ ਹੈ, ਉਹ ਵਿਕਾਸ ਕਰਦਾ ਹੈ। ਹੋਰਾਂ 'ਤੇ ਨਿਰਭਰ ਕਰਨ ਨਾਲ ਉਹ ਨਿੱਘਰਦਾ ਹੈ। ਇਸਤਰੀ ਦੇ ਹੱਥ ਪੁਰਸ਼ ਦੇ ਹੱਥਾਂ ਨਾਲੋਂ ਛੋਟੇ ਹੁੰਦੇ ਹਨ, ਪਰ ਉਹ ਵਧੇਰੇ ਹਰਕਤ ਕਰ ਸਕਦੇ ਹਨ ਅਤੇ ਸੂਖਮ ਕੰਮ ਨਿਪਟਾਉਣ ਵਿੱਚ ਵਧੇਰੇ ਨਿਪੁੰਨ ਹੁੰਦੇ ਹਨ। ਸਾਰਾ ਸੰਦ ਪ੍ਰਬੰਧ ਪੁਰਸ਼ ਦੀ ਸਰੀਰਕ ਡੀਲ-ਡੋਲ ਅਨੁਸਾਰ ਹੋਣ ਕਰਕੇ ਤਕਨੀਕੀ ਖੇਤਰਾਂ ਵਿੱਚ ਇਸਤਰੀ ਪੁਰਸ਼ ਦੇ ਬਰਾਬਰ ਨਹੀਂ, ਪਰ ਹੁਣ ਵਿਸ਼ਵ ਪੱਧਰ 'ਤੇ ਸੰਦ ਪ੍ਰਬੰਧ ਇਸਤਰੀ ਪੁਰਸ਼ ਦੋਵਾਂ ਦੇ ਹੱਥਾਂ ਨਾਲ ਕਾਰਜ ਕਰਨ ਲਈ ਯੋਗ ਹੋਣ ਦੀ ਦ੍ਰਿਸ਼ਟੀ ਨਾਲ ਪੁਨਰ-ਵਿਉਂਤਿਆ ਜਾ ਰਿਹਾ ਹੈ। ਆਪਣੇ ਹੱਥਾਂ ਨੂੰ ਵੱਧ ਤੋਂ ਵੱਧ ਵਰਤਣ ਅਤੇ ਬੱਚਿਆਂ ਤੋਂ ਵਿਭਿੰਨ ਪ੍ਰਕਾਰ ਦੇ ਕਾਰਜ ਕਰਵਾਉਣ ਨਾਲ ਨਾ ਕੇਵਲ ਵਿਅਕਤੀ ਅਤੇ ਪਰਿਵਾਰ ਦੀ ਸਿਹਤ ਠੀਕ ਰਹਿੰਦੀ ਹੈ, ਸਗੋਂ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵੀ ਉਸਾਰੂ ਹੁੰਦਾ ਹੈ। ਬਿਰਤੀ ਵੀ ਸਹਿਯੋਗੀ ਹੁੰਦੀ ਹੈ ਅਤੇ ਅਜਿਹੇ ਲੋਕਾਂ ਨੂੰ ਸਭਨੀ ਥਾਈਂ ਸਫਲਤਾ ਮਿਲਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।